ब्रिटिश एमपी ढेसी ਦੇ ਨਾਲ ਸੀਐਮ ਦੀ ਮੁਲਾਕਾਤ ਤੇ ਬੀਜੇਪੀ ਨੇ ਚੁੱਕੇ ਸਵਾਲ। ਜਨਰਲ ਜੇਜੀ ਸਿੰਘ ਬੋਲੇ, ਭਾਰਤ ਵਿਰੋਧੀ ਸਟੈਂਡ ਰੱਖਣ ਵਾਲੇ ਸ਼ਖਸ ਨੂੰ ਕਿਉਂ ਮਿਲੇ ਮੁੱਖ ਮੰਤਰੀ? ਸਟੈਂਡ ਸਪਸ਼ਟ ਕਰੇ ਆਮ ਆਦਮੀ ਪਾਰਟੀ। ਬੀਜੇਪੀ ਨੇ ਦਿੱਲੀ ਸਰਕਾਰ ਦੀ ਹੈਲਪਲਾਈਨ ਤੇ ਚੁੱਕੇ ਸਵਾਲ, ਕਿਹਾ ਖੋਖਲੀ ਹੈ ਕੇਜਰੀਵਾਲ ਦੀ ਹੈਲਪਲਾਈਨ, ਸ਼ਿਕਾਇਤਾਂ ਹੋਣ ਦੇ ਬਾਵਜੂਦ ਨਹੀਂ ਹੋ ਰਹੀ ਕੋਈ ਕਾਰਵਾਈ। ਹੁਣ ਪੰਜਾਬ ਦੇ ਵਿੱਚ ਵੀ ਜਾਰੀ ਕਰ ਦਿੱਤੀ ਹੈ ਅਜਿਹੀ ਹੈਲਪਲਾਈਨ। ਨਵਜੋਤ ਸਿੱਧੂ ਦਾ ਕੇਜਰੀਵਾਲ ਤੇ ਨਿਸ਼ਾਨਾ, ਕਿ ਆਮ ਆਦਮੀ ਪਾਰਟੀ ਦਾ ਸਿਰਫ ਚੋਣਾਂ ਲੜਨ ਤੇ ਫੋਕਸ, ਪੰਜਾਬ ਤੋਂ ਬਾਅਦ ਹੁਣ ਹਿਮਾਚਲ ਤੇ ਧਿਆਨ। ਬੀਜੇਪੀ ਨੂੰ ਗੁੰਡਿਆਂ ਦੀ ਪਾਰਟੀ ਕਹਿਣ ਤੇ ਅਸ਼ੋਕ ਸਰੀਨ ਨੇ ਰਾਘਵ ਚੱਡਾ ਨੂੰ ਭੇਜਿਆ ਲੀਗਲ ਨੋਟਿਸ, ਕਿਹਾ ਆਪਣੇ ਸ਼ਬਦਾਂ ਦੇ ਲਈ 3 ਦਿਨਾਂ ਤੋਂ ਬੀਜੇਪੀ ਤੋਂ ਮਾਫੀ ਮੰਗਣ ਚੱਡਾ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ। ਸੀਐਮ ਨੇ ਕਿਸਾਨਾਂ ਦੇ ਨਾਮ ਕੀਤਾ ਐਤਵਾਰ ਦਾ ਪੂਰਾ ਦਿਨ, ਬੈਕ ਟੂ ਬੈਕ ਜਥੇਬੰਦੀਆਂ ਦੇ ਨਾਲ ਕੀਤੀਆਂ ਮੀਟਿੰਗਾਂ, ਪਾਣੀ ਅਤੇ ਬਿਜਲੀ ਦੀ ਬਚਤ ਦੇ ਲਈ ਫਸਲੀ ਵਿਭਿੰਨਤਾ ਦੀ ਦਿੱਤੀ ਸਲਾਹ। ਕਿਸਾਨ ਬੋਲੇ, ਮੁੱਖ ਮੰਤਰੀ ਨੇ ਕਣਕ ਤੇ ਬੋਨਸ ਦੇਣ ਤੇ ਵੀ ਜਤਾਈ ਹੈ ਸਹਿਮਤੀ। ਮਲੋਟ ਦੇ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਦਾ ਆਪਣੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ, ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਲਗਾਇਆ ਧਰਨਾ, ਬੋਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਨਹੀਂ ਹੋ ਰਹੀ ਸੁਣਵਾਈ। ਨਸ਼ੇ ਨੂੰ ਲੈ ਕੇ ਨੰਗਲ ਪੁਲਿਸ ਨੇ ਝੁੱਗੀਆਂ ਵਾਲਿਆਂ ਤੇ ਕੀਤੀ ਰੇਡ, ਕਰੀਬ 2 ਘੰਟਿਆਂ ਤੱਕ ਚੱਲਿਆ ਆਪਰੇਸ਼ਨ। ਐਸਐਚਓ ਦੀ ਚੇਤਾਵਨੀ, ਕਿਹਾ ਨਸ਼ਾ ਤਸਕਰਾਂ ਖਿਲਾਫ ਪੁਲਿਸ ਨੂੰ ਦਿਓ ਸਹਿਯੋਗ। ਸਮਰਾਲਾ ਦੇ ਵਿੱਚ ਚਾਚੇ ਦਾ ਕਤਲ ਕਰਕੇ ਭਤੀਜੇ ਨੇ ਸਾੜੀ ਲਾਸ਼, ਪੁਲਿਸ ਨੇ ਅੰਗੀਠਾ ਬੁਝਾ ਕੇ ਬਰਾਮਦ ਕੀਤੇ ਲਾਸ਼ ਦੇ ਅੰਸ਼। ਭਤੀਜਾ ਮੌਕੇ ਤੋਂ ਫਰਾਰ, ਪੁਲਿਸ ਕਰ ਰਹੀ ਜਾਂਚ। ਬਠਿੰਡਾ ਦੇ ਵਿੱਚ ਦੁਕਾਨਦਾਰ ਬਣਿਆ ਕਰੋੜਪਤੀ, ਪਿੰਡ ਮਹਾਰਾਜ ਦੇ ਰੋਸ਼ਨ ਸਿੰਘ ਦੀ ਨਿਕਲੀ 2.5 ਕਰੋੜ ਦੀ ਲੋਟਰੀ, ਘਰੇ ਵਧਾਈ ਦੇਣ ਵਾਲਿਆਂ ਦਾ ਤਾਂਤਾ। ਚੰਡੀਗੜ੍ਹ 'ਚ ਵੀਆਈਪੀ ਨੰਬਰ ਦੇ ਲਈ ਫਿਰ ਦੇਖਿਆ ਕ੍ਰੇਜ਼, 15 ਲੱਖ ਦੇ ਵਿੱਚ ਵਿਕਿਆ ਵੀਆਈਪੀ ਨੰਬਰ 0001। ਬ੍ਰਿਜ ਮੋਹਨ ਨੇ ਆਪਣੀ ਪੁਰਾਣੀ ਐਕਟਿਵਾ ਦੇ ਲਈ ਖਰੀਦਿਆ ਨੰਬਰ। ਲੰਡਨ 'ਚ ਸੰਗਤਾਂ ਦਾ ਹੜ, 7 ਸਮੁੰਦਰ ਪਾਰ ਪੰਜਾਬੀ ਸੱਭਿਆਚਾਰ, ਪੰਜਾਬੀਆਂ ਨੇ ਹੁਮਾ ਕੇ ਮਨਾਇਆ ਤਿਉਹਾਰ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ, ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦੇ ਵਿੱਚ ਪੰਜਾਬ ਦੀ ਹਰ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਨਜ਼ਰ ਹਰਿਆਣਾ ਹਿਮਾਚਲ ਤੇ ਵੀ ਹੈ ਔਰ ਸ਼ੁਰੂਆਤ ਇੱਕ ਵੱਡੀ ਖਬਰ ਤੋਂ ਕਰਨ ਜਾ ਰਹੇ ਹਾਂ ਤੇ ਖਬਰ ਹੈ ਭਿਆਨਕ ਅੱਗ ਦੇ ਨਾਲ ਜੁੜੀ ਹੋਈ ਜੋ ਲੱਗੀ ਹੈ ਸੋਨੀਪਤ ਦੇ ਕੁੰਡਲੀ ਇਲਾਕੇ ਦੇ ਵਿੱਚ। ਵੱਡੀ ਖਬਰ ਇਸ ਸਮੇਂ ਸੋਨੀਪਤ ਦੇ ਕੁੰਡਲੀ ਇਲਾਕੇ ਦੇ ਵਿੱਚ ਭਿਆਨਕ ਅੱਗ ਲੱਗੀ ਹੈ, ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ ਤੇ ਫੈਕਟਰੀ ਦਾ ਸਾਰਾ ਸਮਾਨ ਸੜ ਕੇ ਇਸ ਅੱਗ ਦੀ ਵਜ੍ਹਾ ਦੇ ਨਾਲ ਸੁਆਹ ਹੋ ਗਿਆ ਹੈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਫਿਲਹਾਲ ਜਾਰੀ ਨੇ। ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਬੁਲਾਇਆ ਗਿਆ, ਸੱਦਿਆ ਗਿਆ। ਫੈਕਟਰੀ ਦਾ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਕੁਝ ਹੀ ਪਲਾਂ ਦੇ ਵਿੱਚ ਸਕਰੀਨ ਦੇ ਉੱਤੇ ਤਸਵੀਰਾਂ, ਜਿਹੀਆਂ ਸਕਰੀਨ ਦੇ ਉੱਤੇ ਤਸਵੀਰਾਂ ਨੇ, ਇੱਕ ਵਾਰ ਕੋਸ਼ਿਸ਼ ਕਰਾਂਗੇ ਪੂਰੀ ਸਕਰੀਨ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਸਕੀਏ, ਪਰ ਅੱਗ ਦੀਆਂ ਲਪਟਾਂ ਬਹੁਤ ਦੂਰ ਤੋਂ ਬਣਾਈ ਗਈ ਹੈ। ਵੀਡੀਓ ਬਿਆਨ ਕਰ ਰਹੀਆਂ ਨੇ ਅੱਗ ਦੀਆਂ ਲਪਟਾਂ ਕਿ ਕਿੰਨੀ ਜ਼ਬਰਦਸਤ ਅੱਗ ਲੱਗੀ ਹੋਵੇਗੀ। ਤਾਂ ਕੁੰਡੀ ਇਲਾਕੇ ਦੇ ਵਿੱਚ ਭਿਆਨਕ ਅੱਗ ਲੱਗੀ ਹੈ, ਦੂਰ ਤੋਂ ਤਸਵੀਰਾਂ ਲਈਆਂ ਗਈਆਂ ਨੇ ਔਰ ਇਹ ਅੱਗ ਦੀਆਂ ਲਪਟਾਂ ਔਰ ਇਹ ਪੂਰਾ ਧੂਏ ਦਾ ਗੁਬਾਰ ਦੱਸਣ ਦੇ ਲਈ ਕਾਫੀ ਹੈ ਕਿ ਫੈਕਟਰੀ ਦੇ ਵਿੱਚ ਕੋਈ ਵੀ ਸਮਾਨ ਹੋਵੇ ਉਹ ਬਚਿਆ ਤਾਂ ਨਹੀਂ ਹੋਏਗਾ, ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕਿਆ ਹੋਣਾ ਹੈ। ਹਾਲਾਂਕਿ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਪਰ ਸਵਾਲ ਅਜੇ ਵੀ ਬਰਕਰਾਰ ਹੈ ਕਿ ਅੱਗ ਦੀ ਵਜ੍ਹਾ ਕੀ, ਅੱਗ ਲੱਗੀ ਕਿਉਂ। ਜਾਂਚ ਦਾ ਵਿਸ਼ਾ ਜ਼ਰੂਰ ਹੈ, ਪਰ ਇਹ ਸੋਨੀਪਤ ਦੀਆਂ ਤਸਵੀਰਾਂ ਜਿੱਥੇ ਇੱਕ ਫੈਕਟਰੀ ਦਾ ਪੂਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। रुक करते हैं, साढ़े सहयोगी सोनीपत तो नितिन अंतल साढ़े नाल ने। नितिन, जानना चाहेंगे इस समय स्थिति वहां पर क्या है और आग की वजह क्या है? जी बिल्कुल, मैं आपको बता दूं गौरव कि आग की वजह का अभी तक खुलासा नहीं हो पाया है, लेकिन कुंडली औद्योगिक क्षेत्र में यह आग लगी जो केमिकल फैक्ट्री बताई जा रही है और अभी अंदेशा ये भी जताया जा रहा है कि मजदूर इसके अंदर हो सकते हैं, लेकिन अभी तक आग बेकाबू है और सोनीपत के अलावा आसपास की 12 से 18 गाड़ियां मौके पर हैं जो लगातार आग पर काबू पाने का प्रयास जारी है। और कहीं ना कहीं तो फायर ब्रिगेड के अधिकारी और कर्मचारियों का ये कहना पहले आग पर काबू पाया जाएगा और उसके बाद कारणों का पता लगाया जाएगा, लेकिन कहीं ना कहीं आग बहुत भयानक है और ये आग इतनी भयानक है कि फैक्ट्री से बहुत दूर से जो है कवरेज करने के लिए हम यहाँ पर खड़े हुए हैं और फिलहाल जो है केमिकल फैक्ट्री तो जो सिलेंडर यहाँ पर रखे हुए थे वो बार बार फट रहे हैं
और जो आग जो लगातार भयानक रूप ले रही है, और जो फायर ब्रिगेड के अधिकारी जो आसपास की फैक्ट्रियों में है वो खड़े हो गए हैं कहीं ना कहीं, क्योंकि कुंडली औद्योगिक क्षेत्र है वो एक दो नहीं बल्कि हजारों या फैक्ट्रियां हैं, और आसपास की फैक्ट्रियों को सुरक्षा देने पर जुटे हुए हैं। और जो अंदाजा ये लगाया जा रहा है कि मजदूर अंदर से कितने थे और आग किन कारणों से लगी थी, मालिकों को बुला लिया गया लेकिन मालिक अभी तक नहीं पहुंचे हैं। कुंडली थाना प्रभारी, पुलिस प्रशासन और फायर ब्रिगेड के अधिकारी मौके पर हैं। जी तो फैक्ट्री का सारा सामान सड़ के स्वाह हो गया। नितिन, ये जो आप बता रहे हैं कि केमिकल की फैक्ट्री है, और कितनी बड़ी फैक्ट्री है, कितने इसमें मजदूर काम करते थे, और जिस समय ये पूरा हादसा हुआ, क्योंकि बड़ा ब्लास्ट होता हुआ नजर आ रहा है और लग रहा है कि कोई केमिकल के ड्रम्स होंगे या कोई टैंक होगा जो फट गया एकदम से और बड़ा ब्लास्ट और बड़ी आग की लपटें वहां पर नजर आ रही हैं। जानना चाहेंगे कि वहां पर मजदूर थे, जो काम करने वाली लेबर थी उस समय या नहीं थी, क्या कुछ जानकारी आपके पास? जी बिल्कुल, जिस तरह से ये आग लगी उस समय बताया जा रहा है कि शाम की शिफ्ट होती है, इवनिंग की, और सैकड़ों की संख्या में मजदूर काम करते हैं, लेकिन जब आग लगी तो फैक्ट्री मालिक है वो यहाँ पर नहीं पहुंचे हैं कि जब आग लगी मजदूर अंदर थे या नहीं थे। लेकिन जो फैक्ट्री के अधिकारी हैं या फायर ब्रिगेड के कर्मचारी हो, ये बता रहे हैं कि जो केमिकल की फैक्ट्री उसमें जो मजदूर वो अंदर हो सकते हैं। हालांकि पुष्टि कोई नहीं कर रहा है कि मजदूर अंदर थे या नहीं थे, लेकिन ये बात जरूर कह रहे हैं कि मजदूर अंदर हो सकते हैं। जो थाना प्रभारी कुंडली है उनका भी ये कहना है कि कुंडली औद्योगिक क्षेत्र में आग जरूर लगती है, लेकिन केमिकल फैक्ट्री में आग लगी है तो कहीं ना कहीं उनका अंदेशा ये जरूर है कि मजदूर अंदर हो सकते हैं। फिलहाल आग जो बहुत बड़ी है, और आग बड़ी होने के कारण कोई भी अधिकारी पुलिस के हों, फायर ब्रिगेड के हों, प्रशासन के हों, वो अंदाजा नहीं लगा पा रहे हैं कि आखिरकार अंदर कौन है या नहीं है। लेकिन केमिकल की फैक्ट्री है, लगातार जो ड्रम्स हैं वो फट रहे हैं, और कहीं ना कहीं दूर से ही सभी एक अंदाजा ये लगा रहे हैं कि जिस तरह से वो पानी डाल रहे हैं कि आग पर काबू पाया जाए, उसके बाद ही आग लगने के कारणों का मजदूर अंदर थे या नहीं उनका पता लगा सकता है। जी गौरव। ठीक है, आप मेरे साथ बने रहिए। इस बीच एक बड़ी खबर आ रही है, हम उसका रुख करते हैं। इसी खबर से जुड़ी हुई ਵੱਡੀ खबर इस समय है कि हरियाणा ने दिल्ली तो मदद मंगी है। कुंडली हादसे ਨੂੰ ਲੈ ਕੇ ਵੱਡੀ खबर है, हरियाणा ने दिल्ली तो सहायता की मंग की है कि अग बुझाउण दे लई दिल्ली दे जो फायर ब्रिगेड दे डिपार्टमेंट है वो मदद करन। कैमिकल की फैक्ट्री दे विच अग लगी हुई है तो अग नूं बुझाउण दीआं इस समय कोशिशां जारी ने, और कुंडली बार्डर के उत्ते अग लगण दी पूरी घटना वापरी है और फैक्ट्री दे विच मजदूर हो सकते हैं। प्रशासन के वल्लों कहा गया है। इस समय ਵੱਡੀ खबर है क्योंकि अग लगी, अग की वजह के नाल माली नुकसान होया वो एक अलग मुद्दा हुंदा है, पर जेकर कोई अंदर फसिया होया है तो उसकी वजह के नाल बहुत बड़ा मामला बन जाता है, तो अंदर मजदूर हो सकते हैं फैक्ट्री दे विच। ये प्रशासन इस समय कह रहा है, और यह भी तुहानूं दस दईए कि दिल्ली तो मदद मंगी गई है। बिल्कुल सोनीपत दिल्ली के नाल लगता इलाका है, जिला है हरियाणा का, इस करके दिल्ली ज्यादा दूर नहीं है। उत्थों मदद की मंग की गई। आम तौर पर जो इस तरीके की कोई घटना वापरती है और बहुत ज्यादा कंट्रोल तो बाहर हो जाए अग, तो आम तौर पर मदद मंग ली जाती है, पर जेकर मदद मंगी जा रही है तो इसका सीधा जा मतलब एक तो यह है कि बहुत जबरदस्त अग है, और जिहड़ियां स्थानक उत्थे दियां फायर ब्रिगेड दियां गड्डियां या टीमां ने अग दे उत्ते काबू पाउण दे विच समर्थ फिलहाल नहीं ने। इस करके गुआढ़ी जिले हुंदे ने या फिर शहर हुंदे ने, दिल्ली है बिल्कुल सोनीपत के नेड़े, तो उत्थों भी मदद मंगी जा रही है। कुछ होर तस्वीरां भी साडे तक पहुंचियां ने, वो भी तुहानूं दिखा रहे हैं। और कैमिकल की फैक्ट्री है, जिवें मैं पहला जिक्र कर रहा था कि शायद ड्रामां दे विच कोई कैमिकल भर के रखे होणगे या कोई वड्डा उत्थे टैंक होएगा, जिस दे विच एक तो बाद एक कई ब्लास्ट होए ने। ब्लास्ट होण दीयां तस्वीरां भी असीं तुहानूं दिखा रहे हैं। काफी दूर तो किसी शख्स के वल्लों वीडियो नूं बनाया गया है और नेड़े नहीं जा रहे, और जे फायर ब्रिगेड के मुलाजम ने उन्होंने भी अग बुझाउण दे विच इस समय खासियां परेशानियां का सामना करना पै रहा है। और जिस तरीके नाल एक तो बाद एक कई ब्लास्ट होए ने, इस करके भी अग दे उत्ते काबू पाउणा बहुत मुश्किल हो रखा है। और जे तस्वीरों को गौर के नाल देखो तो कुछ समय पहले दी तस्वीरें नजर आ रही ने, करीब 7 साढ़े 7 दी तस्वीरें, क्योंकि हल्का हल्का जिहड़ा चानना भी इन्हां तस्वीरों के नजर आ रहा है। अग दे उत्ते काबू पाउण दी कोशिशां जारी ने। इस विचाले साडे सहयोगी भी साडे नाल ने फोन लाइन के उत्ते लगातार नितिन अंतिल। नितिन, जानना चाहेंगे क्योंकि दिल्ली से भी मदद मांगी गई है, कितनी बड़ी आग नजर आ रही है और कितनी बड़ी फैक्ट्री है, कितने बड़े एरिया में है ये फैक्ट्री, और क्या क्योंकि ब्लास्ट की तस्वीरें आ रही हैं, क्या ऐसे ब्लास्ट बार बार हो रहे हैं? नितिन, मेरी आवाज आ रही है? चलो लग रहा है कि नितिन तक आवाज नहीं पहुंच रही। मैं कोशिश करूंगा दोबारा गलबात करने दी। इस विचाले दिल्ली तो साडे सहयोगी शंकर आनंद भी साडे नाल जुड़ रहे हैं।
शंकर, जानना चाहेंगे आपके पास क्या कुछ जानकारी है? ये जो सोनीपत में बड़ी आग लगी हुई है और जो जानकारी मिल रही है कि दिल्ली से भी सहायता मांगी गई है। देखिए, जो इलाका है, जो फैक्ट्री है जिसमें आग लगी है, ये कुंडली बॉर्डर का है, जो दिल्ली के बॉर्डर से ठीक सटा हुआ इलाका है। और उस फैक्ट्री में अचानक जब आग लगी है, आग की लिपटें देखते ही देखते आसमान को छूने लगी। लिहाजा इस मामले की गंभीरता को देखते हुए जो कुंडली बॉर्डर के पास जो सोनीपत पुलिस के अंतर्गत में जो प्रशासन है बकायदा, उसके द्वारा दिल्ली सरकार से बकायदा मदद मांगी गई और कहा गया कि वो पास में है, तो लिहाजा वहां से मदद उन्हें दिया जाए। और अगर बात करें तो दिल्ली वाला जो बॉर्डर एरिया है, जो कुंडली बॉर्डर से सटा हुआ, ठीक पास में ही वहां पे दमकल विभाग का दफ्तर भी है, जो दिल्ली के अंतर्गत आता है। तो वहां से मदद मांगी गई है जिससे कि उस आग पर जल्द से जल्द काबू पाया जाए। लिहाजा इस मामले की गंभीरता को देखते हुए दिल्ली सरकार के द्वारा उस दमकल विभाग की उन तमाम गाड़ियों को भेजा गया और उस आग पर काबू पाने का प्रयास किया जा रहा है। अभी इस वक्त में जो दिल्ली फायर ब्रिगेड के जो अधिकारी हैं और कर्मचारी हैं, वो मौके पे पहुंचे हुए हैं और उस आग पर जल्द से जल्द काबू पाने का प्रयास किया जा रहा है। लेकिन उस आग पर काबू पाना थोड़ी सी मशक्कत ज्यादा करनी पड़ी है, क्योंकि वो केमिकल जो है, केमिकल की फैक्ट्री थी और आग के जो गोले हैं किस तरह से आसमान ऊपर उठ रहे हैं उसको देखा जा सकता है। और इस वक्त में उस आग पर पूर्ण तौर पर काबू पाने के लिए लगातार प्रयास किया जा रहा है और कहा जा रहा है कि इस हालांकि आग लगने की वजह क्या रही है वो अभी तक नहीं बताया गया है, लेकिन आग पर जल्द से जल्द काबू पाने का प्रयास जरूर किया जा रहा है। और इस वक्त में दिल्ली दमकल विभाग के जो अधिकारी हैं वो मौके पे पहुंचे हुए हैं और ज्यादा से ज्यादा दमकल की गाड़ियों को वहां पर भेजने का प्रयास किया जा रहा था। एक तरह से कहा जा सकता है उस आग पर काबू पाना एक बहुत बड़ी चुनौती है। उस चुनौती को स्वीकार करते हुए दिल्ली पुलिस के दमकल विभाग के अधिकारी लगातार प्रयास कर रहे हैं कि जितना जल्द से जल्द उस आग पर काबू पाया जा सके। और जिस तरह से वहां पर अगर केमिकल की बात कर रहे हैं और आग लगने की वजह की बात कर रहे हैं, तो इस मामले में दमकल विभाग के अधिकारियों को कहना है कि अभी आग लगने की वजह हमें पता नहीं है, लेकिन जब आग पर पूर्ण तौर पर काबू पा लिया जाएगा उसके बाद जो वजह है आग लगने की वजह, उसको इन्वेस्टिगेशन किया जाएगा और उसके बाद ही कुछ कहा जा सकता है। जी ठीक है, शुक्रिया, धन्यवाद ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸ਼ੰਕਰ ਦਿੱਲੀ ਤੋਂ ਪੂਰੀ ਜਾਣਕਾਰੀ ਦੇ ਰਹੇ ਨੇ ਕਿ ਉੱਥੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੋਨੀਪਤ ਨੂੰ ਰਵਾਨਾ ਕੀਤੀਆਂ ਗਈਆਂ ਨੇ ਤਾਂ ਕਿ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ। मैं दोबारा रुक करते हैं सोनीपत तो साढ़े सहयोगी नितिन अंतल भी साढ़े नाल ने। नितिन, मेरी आवाज आ रही है आप तक? जी बिल्कुल गौरव, जी गौरव। नितिन, जानना चाहूंगा क्योंकि जो तस्वीरें अब हमारे पास बिल्कुल लेटेस्ट तस्वीरें पहुंची हैं उसमें एक के बाद एक ब्लास्ट होता हुआ नजर आ रहा है, तो क्या यहाँ पर कोई ड्रम्स में भरकर केमिकल रखा गया था? कौन सा केमिकल है, क्या इसके बारे में कोई जानकारी मिली हो? जी बिल्कुल, मैं आपको बता दूं गौरव, जो केमिकल है वो ये बता ये जा रहा है केमिकल की ये फैक्ट्री थी और जो केमिकल उसमें ब्लास्ट होना कोई बड़ी बात नहीं, लेकिन जो केमिकल के ब्लास्ट के लिए दूर रखा गया था। लेकिन जो शॉर्ट सर्किट हो या और कोई वजह हो, जो फैक्ट्री मालिक और थाना प्रभारी उनका ये कहना है कि जो आदेश पहले ही दे दिए गए थे, गर्मी को देखते हुए इस केमिकल को दूर रखा जाए, लेकिन कहीं ना कहीं लापरवाही जरूर बरती गई है और इस केमिकल में फैक्ट्री में जो केमिकल था उसमें कहीं ना कहीं ब्लास्ट हुआ है और अभी आग है। हालांकि जो फैक्ट्री मालिक है थाना वन का ये कहना कि मजदूर अंदर है, इसका अंदेशा तो नहीं जताया जा रहा है कि कोई फैक्ट्री मालिक फैक्ट्री के अंदर था, लेकिन कहीं ना कहीं जिस तरह से ब्लास्ट हो रहे हैं बार, वो उनका एक कारण ये है कि केमिकल इस फैक्ट्री में था और केमिकल वो था कि इस फैक्ट्री को नहीं, क्योंकि पूरे देश में हजारों फैक्ट्रियां हैं और आसपास की फैक्ट्री को चपेट में ले सकता है। तो कहीं ना कहीं इसको लेकर वो जो फैक्ट्री मालिक है, आसपास की फायर ब्रिगेड गाड़ियां हैं 15 आसपास की फैक्ट्रियों में तैनात कर दी गई हैं। दिल्ली, पानीपत, संभाल का रोहतक से फायर ब्रिगेड गाड़ियां मंगा दी गई हैं, क्योंकि जो ब्लास्ट है वो लगातार केमिकल के सेंटरों में हो रहा है और एक बहुत विकराल रूप ले सकता है। जिस फैक्ट्री में आग लगी वो तो कंकाल हो चुकी है, लेकिन आसपास की फैक्ट्रियों में ना लगे इसके लिए फायर ब्रिगेड के कर्मचारी जो प्रयास कर रहे हैं। जी गौरव, चलो शुक्रिया, बहुत बहुत धन्यवाद। नजर तुसी बनाई रखो, अपडेट ਅਸੀਂ ਅੱਗੇ ਵੀ ਲੈਂਦੇ ਰਹਾਂਗੇ। ਕੁੰਡਲੀ ਬਾਰਡਰ ਦੇ ਉੱਤੇ ਫੈਕਟਰੀ ਦੀ ਭਿਆਨਕ ਅੱਗ ਲੱਗੀ ਹੈ ਔਰ ਇੰਨੀ ਜ਼ਬਰਦਸਤ ਅੱਗ ਹੈ ਕਿ ਦਿੱਲੀ ਦੇ ਫਾਇਰ ਬ੍ਰਿਗੇਡ ਤੋਂ, ਦਿੱਲੀ ਪ੍ਰਸ਼ਾਸਨ ਤੋਂ ਵੀ ਮਦਦ ਸੋਨੀਪਤ ਪ੍ਰਸ਼ਾਸਨ ਨੂੰ ਮੰਗਣੀ ਪਈ ਹੈ। और ये भी इस समय जानकारी है जो प्रशासन कह रहे कि हो सकता है कि कुछ मजदूर भी अंदर होने पर, जिन्नी जबरदस्त और भयानक अग है, मजदूरों की स्थिति अंदर की होएगी सोच के भी डर लग रहा है, पर इस सब दे विचाले उम्मीद जरूर की जा सकती है, क्योंकि चमत्कार तो कदे भी हो सकता है। किसी भी वो कहा जाता है कि जाको राखे साइयां मार सके ना कोई, तो फिर जिसनों रब ने रखना तो उत्थे अग किहो जी भी होवे बचना पॉसीबल।
ਪਰ ਜਿਸ ਤਰੀਕੇ ਦੀਆਂ ਤਸਵੀਰਾਂ ਨੇ ਉਹ ਭਿਆਨਕ ਨੇ ਔਰ ਅੱਗ ਦੀਆਂ ਲਪਟਾਂ ਦੱਸਣ ਦੇ ਲਈ ਕਾਫੀ ਨੇ ਕਿ ਕਿੰਨੀ ਜ਼ਬਰਦਸਤ ਉੱਥੇ ਅੱਗ ਲੱਗੀ ਹੋਈ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਾਂਗੇ। ਰਾਘਵ ਚੱਡਾ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ, ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਇਹ ਨੋਟਿਸ ਭੇਜਿਆ ਬੀਜੇਪੀ ਦੇ ਆਗੂ ਅਸ਼ੋਕ ਸਰੀਨ ਨੇ। ਇਲਜ਼ਾਮ ਨੇ ਬੀਜੇਪੀ ਨੂੰ ਗੁੰਡਿਆਂ ਦੀ ਪਾਰਟੀ ਕਹਿਣ ਦੇ। ਇੱਕ ਬਿਆਨ ਦਿੱਤਾ ਗਿਆ ਸੀ ਰਾਘਵ ਚੱਡਾ ਦੇ ਵੱਲੋਂ ਤੇ ਉਸ ਤੋਂ ਬਾਅਦ ਇਹ ਲੀਗਲ ਨੋਟਿਸ ਭੇਜਿਆ ਗਿਆ ਬੀਜੇਪੀ ਆਗੂ ਅਸ਼ੋਕ ਸਰੀਨ ਦੇ ਵੱਲੋਂ ਤੇ ਕਿਹਾ ਗਿਆ ਕਿ 3 ਦਿਨਾਂ ਦੇ ਅੰਦਰ ਬੀਜੇਪੀ ਤੋਂ ਮਾਫੀ ਮੰਗਣ ਰਾਘਵ ਚੱਡਾ। ਜੇਕਰ ਉਹ ਮਾਫੀ ਨਹੀਂ ਮੰਗਦੇ ਨੇ ਤਾਂ ਫਿਰ ਉਹਨਾਂ ਦੇ ਉੱਤੇ ਉਹ ਕਾਨੂੰਨੀ ਕਾਰਵਾਈ ਕਰਨਗੇ। ਤਾਂ ਰਾਘਵ ਚੱਡਾ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਇੱਕ ਦਿਨ ਪਹਿਲਾਂ ਹੀ ਉਸ ਨੂੰ ਲੈ ਕੇ ਬੀਜੇਪੀ ਦੇ ਆਗੂ ਪੰਜਾਬ ਬੀਜੇਪੀ ਦੇ ਆਗੂ ਅਸ਼ੋਕ ਸਰੀਨ ਨੋਟਿਸ ਭੇਜਿਆ ਉਹਨਾਂ ਨੇ ਰਾਘਵ ਚੱਡਾ। ਰਾਜ ਸਭਾ सांसद और पंजाब ਦੇ ਸਹਿ ਪ੍ਰਭਾਰੀ ਰਾਘਵ ਚੱਡਾ ਜੀ ਨੂੰ ਇੱਕ ਲੀਗਲ ਨੋਟਿਸ ਭੇਜਿਆ ਜੇ ਕਿ ਉਹ 3 ਦਿਨ ਦੇ ਅੰਦਰ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਕਰਕੇ ਅਬੱਦਰ ਟਿੱਪਣੀ ਕੀਤੀ ਹੈ, ਬੇਵਜ੍ਹਾ ਬੇਹੁਦਾ ਔਰ ਗੈਰ ਸੰਵਿਧਾਨਿਕ ਆਰੋਪ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਤੇ ਭਾਰਤੀ ਜਨਤਾ ਪਾਰਟੀ ਤੇ ਲਾਏ ਹੈ, ਉਸ ਦੇ ਖਿਲਾਫ ਇਹਨਾਂ ਨੂੰ ਅੱਜ ਲੀਗਲ ਨੋਟਿਸ ਭੇਜਿਆ ਕਿ 3 ਦਿਨਾਂ ਦੇ ਵਿੱਚ ਰਾਘਵ ਚੱਡਾ ਜੀ ਮਾਫੀ ਮੰਗਣ ਨਹੀਂ ਤੇ ਉਹਨਾਂ ਦੇ ਖਿਲਾਫ ਜਲੰਧਰ ਕੋਰਟ ਦੇ ਵਿੱਚ ਕ੍ਰਿਮੀਨਲ ਕੇਸ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹੋਣ ਦੇ ਨਾਤੇ ਦਰਜ ਕਰਾਵਾਂਗਾ। ਤਾਂ ਹੁਣ ਤੁਹਾਨੂੰ ਉਹ ਰਾਘਵ ਚੱਡਾ ਦਾ ਬਿਆਨ ਵੀ ਸੁਣਵਾਉਂਦੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਬੀਜੇਪੀ ਆਗੂ ਦੇ ਵੱਲੋਂ ਰਾਘਵ ਚੱਡਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਇਤਰਾਜ਼ ਜਿਸ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਗਿਆ। भाजपा कभी भी आपके लिए अच्छे स्कूल नहीं बनाएगी, अच्छे कॉलेज नहीं बनाएगी। इसलिए नहीं बनाएगी क्योंकि अनपढ़ गुंडों की फौज भाजपा को चाहिए। अगर लोग पढ़ लिख गए तो अनपढ़ गुंडे भाजपा को कहां से मिलेंगे? ये जाहिलपना करने के लोग कहां से मिलेंगे? भारतीय जनता पार्टी कभी आपके लिए रोजगार की अपॉर्चुनिटीज भी पैदा नहीं करेगी। अगर रोजगार की अपॉर्चुनिटीज बीजेपी ने पैदा कर दी तो ढेर सारे बेरोजगार लफंगे गुंडे भाजपा की फौज में कैसे शामिल होंगे? भाजपा के वायलेंट एजेंडों को कैसे अंजाम देंगे? तो ना भाजपा कभी आपके स्कूल बनाएगी, ना कॉलेज बनाएगी और ना ही आपको कभी रोजगार देगी। उसका मकसद एक अनपढ़ जाहिल लोगों की फौज बनाने का है। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਦਿੱਲੀ ਸਰਕਾਰ ਦੇ ਉੱਤੇ ਬੀਜੇਪੀ ਹਮਲਾਵਰ ਹੈ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭ੍ਰਿਸ਼ਟਾਚਾਰ ਦੇ ਦਾਅਵੇ ਖੋਖਲੇ ਨੇ ਜੋ ਬੀਜੇਪੀ ਕਰ ਰਹੀ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ। ਸੰਬਿਤ ਪਾਤਰਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਹੈਲਪਲਾਈਨ ਦੇ ਉੱਤੇ ਜੋ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਦੇ ਉੱਤੇ ਸ਼ਿਕਾਇਤਾਂ ਆ ਰਹੀਆਂ ਨੇ ਪਰ ਉਹਨਾਂ ਸ਼ਿਕਾਇਤਾਂ ਦੀ ਅਣਦੇਖੀ ਹੋ ਰਹੀ ਹੈ। ਦਿੱਲੀ ਦੇ ਵਿੱਚ ਕਈ ਵਾਰ ਹੈਲਪਲਾਈਨ ਨੰਬਰ ਜਾਰੀ ਹੋਏ ਨੇ। ਭ੍ਰਿਸ਼ਟਾਚਾਰ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਹੈਲਪਲਾਈਨ ਖੋਖਲੀ ਸਾਬਤ ਹੋ ਰਹੀ ਹੈ ਤੇ ਇਹ ਵੀ ਬੀਜੇਪੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਅੰਕੜਾ ਵੀ ਬੀਜੇਪੀ ਦੇ ਆਗੂਆਂ ਦੇ ਵੱਲੋਂ ਦੱਸਿਆ ਗਿਆ ਤੇ ਕਿਹਾ ਗਿਆ ਕਿ 282 ਕਾਲਸ ਆਈਆਂ, 7 ਸ਼ਿਕਾਇਤਾਂ ਦਰਜ ਹੋਈਆਂ ਪਰ ਕੋਈ ਗ੍ਰਿਫਤਾਰੀ ਨਹੀਂ ਹੋਈ। ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਅਜਿਹੀ ਖੋਖਲੀ ਹੈਲਪਲਾਈਨ ਜਾਰੀ ਕੀਤੀ ਹੈ। हेल्पलाइन था, इसमें मैक्सिमम 451 शिकायतें आई, 11 मामले दर्ज हुए, 7 से 11 मामले। एसीबी जो एंटी करप्शन ब्यूरो था उनका मानना था कि 11 मामले दर्ज हुए, पुलिस ने कहा 7 मामले दर्ज हुए। बाद में आपको पता है ये जो हेल्पलाइन था 1031 जिसके ऊपर इतना फैनफेयर हुआ था कि पता नहीं दिल्ली का चेहरा बदल जाएगा, करप्शन आम आदमी के जीवन से समाप्त हो जाएगा, ये बंद हो गया। ये कोविड हेल्पलाइन में परिवर्तित कर दिया गया और अभी भी ये बंद है। आज पंजाब के चीफ मिनिस्टर इसी प्रकार के एक हेल्पलाइन को लेकर वो कहीं ना कहीं पंजाब बदल जाएगा इस प्रकार की राजनीति भी कर रहे हैं। और आपको जान के आश्चर्य होगा कि उस समय के जो एसीबी अधिकारी थे, ये ऑन रिकॉर्ड है, ये पब्लिक में है, कि उस समय के जो एसीबी अधिकारी थे उन्होंने कहा कि ये जितने भी 1031 पे कॉल आए थे उनका कोई रिकॉर्ड नहीं है, नो रिकॉर्ड कीपिंग कुड बी डन। व्हाई? क्योंकि ये सब दिल्ली सरकार ने उस समय निजी स्वयं सेवकों को रखा था, निजी मतलब।
ਤਾਂ ਬੀਜੇਪੀ ਦੇ ਨਿਸ਼ਾਨੇ ਦੇ ਉੱਤੇ ਇਸ ਸਮੇਂ ਆਮ ਆਦਮੀ ਪਾਰਟੀ ਹੈ ਤੇ ਅਰਵਿੰਦ ਕੇਜਰੀਵਾਲ ਨਜ਼ਰ ਆਏ ਨੇ। ਤੇ ਇਸ ਸਭ ਦੇ ਵਿਚਾਲੇ ਇੱਕ ਮੁਲਾਕਾਤ ਪੰਜਾਬ ਦੇ ਵਿੱਚ ਹੋਈ, ਜਿਸ ਦੇ ਉੱਤੇ ਬੀਜੇਪੀ ਦੇ ਆਗੂ ਸਵਾਲ ਚੁੱਕ ਰਹੇ ਨੇ। ਇਹ ਮੁਲਾਕਾਤ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬ੍ਰਿਟਿਸ਼ ਐਮਪੀ ਤਨਮਨਜੀਤ ਸਿੰਘ ਢੇਸੀ ਦੇ ਵਿਚਾਲੇ। ਤੇ ਇਸ ਮੁਲਾਕਾਤ ਦੇ ਉੱਤੇ ਸਵਾਲ ਚੁੱਕ ਰਹੇ ਨੇ ਬੀਜੇਪੀ ਦੇ ਆਗੂ ਤੇ ਸਾਬਕਾ ਫੌਜ ਮੁਖੀ ਜਨਰਲ ਜੇ ਸਿੰਘ। ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਇਸ ਪੂਰੇ ਮੁੱਦੇ ਉੱਤੇ ਸਪਸ਼ਟੀਕਰਨ ਦੇਵੇ ਕਿ ਆਖਿਰ ਮੁੱਖ ਮੰਤਰੀ ਨੇ ਕਿਉਂ ਤਨਮਨਜੀਤ ਸਿੰਘ ਢੇਸੀ ਦੇ ਨਾਲ ਮੁਲਾਕਾਤ ਕੀਤੀ। ਤੇ ਪੱਕ ਇਹ ਹੈ ਜਾਂ ਕਹੀਏ ਕਿ ਇਲਜ਼ਾਮ ਇਹ ਨੇ ਕਿ ਤਨਮਨਜੀਤ ਸਿੰਘ ਢੇਸੀ ਹਮੇਸ਼ਾ ਭਾਰਤ ਵਿਰੋਧੀ ਸਟੈਂਡ ਰੱਖਦੇ ਨੇ। ਮੁੱਖ ਮੰਤਰੀ ਨੇ ਢੇਸੀ ਦੇ ਨਾਲ ਕੀ ਚਰਚਾ ਕੀਤੀ ਇਹ ਵੀ ਦੱਸਿਆ ਜਾਵੇ ਤੇ ਆਮ ਆਦਮੀ ਪਾਰਟੀ ਵੀ ਇਸ ਪੂਰੇ ਮੁੱਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰੇ। ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਐਮਪੀ ਨੇ ਤਨਮਨਜੀਤ ਸਿੰਘ ਢੇਸੀ ਪੰਜਾਬ ਦੌਰੇ ਦੇ ਉੱਤੇ ਆਏ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ। ਤਨਮਨਜੀਤ ਸਿੰਘ ਢੇਸੀ ਨੇ ਰਾਘਵ ਚੱਡਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ। तो वो माना हुआ एक एंटी इंडिया स्टैंड रखने वाला इंसान है जिसका नाम है तनमनजीत ढेसी। तो ढेसी साहब जब आए हैं उनका स्वागत किया गया भगवंत मान जी ने, जो कि अभी हाल में पंजाब के चीफ मिनिस्टर बने। उनके साथ साथ एक राज्यसभा का मेंबर आम आदमी पार्टी का था जो राघव चड्ढा है, तो वो भी उधर थे उस मीटिंग में और उन्होंने डिस्कस किया एनआरआई के बारे में। जो बातचीत की उसमें कोई शक नहीं कि हमें एनआरआई के लिए जो कुछ भी करना है करना चाहिए कि उनके जो प्रॉब्लम्स हैं, उनकी जो दिक्कतें हैं वो दूर की जाएं। उसके लिए हमारी सेंट्रल गवर्नमेंट ने बहुत कदम उठाए। जो कश्मीर का मसला है जिस पर लेबर पार्टी का एक जो एमपी है उसके विचार जो हैं वो सब जानते हैं, उसको इस तरह से सम्मानित किया गया और उसके साथ बैठ के डिस्कशन जो की गई। क्या आम आदमी पार्टी सोचती है कि उनके ख्याल ढेसी साहब से मिलते हैं? अगर ये बात है तो वो देश के खिलाफ है। वो जो अगर उनके विचार हैं वो एंटी नेशनल भी माने जा सकते हैं, क्योंकि जम्मू एंड कश्मीर के बारे में हिंदुस्तान की पॉलिसी और पोजीशन जो है वो पूरी दुनिया को पता है। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਮਾਨ ਸਰਕਾਰ ਦਾ 1 ਮਹੀਨਾ ਪੂਰਾ ਹੋਣ ਦੇ ਉੱਤੇ 600 ਯੂਨਿਟ ਮੁਫਤ ਕਰਨ ਦਾ ਐਲਾਨ ਕੀਤਾ ਗਿਆ, ਪਰ ਇਹ ਐਲਾਨਾਂ ਨੂੰ ਲੈ ਕੇ ਵਿਰੋਧੀ ਮਾਨ ਸਰਕਾਰ ਨੂੰ ਘੇਰ ਰਹੇ ਨੇ। फ्री बिजली 600 यूनिट तक फ्री बिजली। ਇਹ ਐਲਾਨ ਸੀਐਮ ਮਾਨ ਨੇ ਸਰਕਾਰ ਦੇ 1 ਮਹੀਨਾ ਪੂਰਾ ਹੋਣ ਤੇ ਕੀਤਾ। ਐਲਾਨ ਹੋਇਆ ਪਰ ਜਾਤੀ ਫੈਕਟਰ ਦੇ ਆਧਾਰ ਵੀ ਯੂਨਿਟਾਂ ਦੀ ਵੰਡ ਹੋਈ, ਜਿਸ ਨੂੰ ਲੈ ਕੇ ਸਿਆਸੀ ਸੰਗਰਾਮ ਸ਼ੁਰੂ ਹੋ ਗਿਆ। ਵਿਰੋਧੀਆਂ ਦੇ ਨਿਸ਼ਾਨੇ ਤੇ ਭਗਵੰਤ ਮਾਨ ਨੇ ਨਵਜੋਤ ਸਿੱਧੂ ਨੇ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਸਾਰੇ ਵਰਗਾਂ ਨੂੰ ਇੱਕੋ ਜਿਹਾ क्यों ना मुफ्त बिजली का फायदा दिता गया। अब हुआ क्या है कि तब इन्होंने ये कहा था कि हम सारी जनरल कैटेगरी को 300 यूनिट पर महीना, मतलब 2 महीने का बिल आता है पंजाब में तो 600 यूनिट देंगे कि जनरल कैटेगरी को 600 यूनिट मिलेगा, और अगर उनसे ऊपर भी आया बिल तो 600 यूनिट माफ होके बिजली का बिल आएगा। अब साहब पलट गए हैं, पलटू मियां। ਕਾਂਗਰਸ ਹੀ ਨਹੀਂ, ਅਕਾਲੀ ਦਲ ਤੇ ਭਾਜਪਾ ਵੀ ਮਾਨ ਸਰਕਾਰ ਨੂੰ ਤਿੱਖੇ ਸਵਾਲ ਕਰ ਰਹੇ ਨੇ। ਅਕਾਲੀ ਦਲ ਦਾ ਕਹਿਣਾ ਹੈ ਕਿ ਜਦ ਵੋਟਾਂ ਜਾਤ ਦੇ ਆਧਾਰ ਤੇ ਨਹੀਂ ਹੋਈਆਂ ਤਾਂ ਸਕੀਮਾਂ ਜਾਤ ਦੇ ਆਧਾਰ ਤੇ ਕਿਉਂ ਦਿੱਤੀਆਂ ਜਾ ਰਹੀਆਂ ਨੇ। ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਵਾਲ ਹੈ ਕਿ ਜਦੋਂ ਚੋਣਾਂ ਤੋਂ ਪਹਿਲਾਂ ਬਿਜਲੀ ਦੀ ਗਾਰੰਟੀ ਦਿੱਤੀ ਸੀ ਉਦੋਂ ਇਹ ਗੱਲ ਕਿਉਂ ਨਹੀਂ ਦੱਸੀ ਕਿ ਇਹ ਕੈਟਾਗਰੀਆਂ ਦੇ ਹਿਸਾਬ ਨਾਲ, ਉਦੋਂ ਕਿਉਂ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਸਾਰਿਆਂ ਨੂੰ ਮੁਫਤ ਬਿਜਲੀ ਤੇ 24 ਘੰਟੇ ਬਿਜਲੀ ਦੇਵਾਂਗੇ। ਅੱਜ ਭਗਵੰਤ ਮਾਨ ਸਾਹਿਬ ਇਹ ਦੱਸਣ ਕਿ ਛੋਟਾ ਜ਼ਿਮੀਂਦਾਰ, ਛੋਟਾ ਦੁਕਾਨਦਾਰ, ਉਹਨਾਂ ਨੂੰ ਇਹ ਸਕੀਮ ਦੇ ਵਿੱਚੋਂ ਬਾਹਰ ਕਿਉਂ ਰੱਖਿਆ ਗਿਆ, ਕਿਉਂਕਿ ਸਿਰਫ ਉਹ ਜਨਰਲ ਕੈਟਾਗਰੀ ਦੇ ਨੇ। ਵਿਰੋਧੀਆਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਹੈ। ਸਵਾਲ ਚੁੱਕੇ ਜਾ ਰਹੇ ਨੇ। ਇਸੇ ਵਿਚਾਲੇ ਆਮ ਆਦਮੀ ਪਾਰਟੀ ਨੇ ਵੀ ਮੁਫਤ ਬਿਜਲੀ ਦੀ ਵੰਡ ਨੂੰ ਲੈ ਕੇ ਆਪਣਾ ਸਪਸ਼ਟੀਕਰਨ ਦਿੱਤਾ। ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ, ਜਿਹੜੇ ਸਾਡੇ ਵਿਰੋਧੀ ਪਿਛਲੇ ਕੱਲ ਤੋਂ ਕੂੜ ਪ੍ਰਚਾਰ ਕਰ ਰਿਹਾ ਮਾਨ ਸਾਹਿਬ ਦੀ ਸਰਕਾਰ ਦੇ ਖਿਲਾਫ, ਝੂਠਾ ਪ੍ਰੋਪੇਗੈਂਡਾ ਕਰ ਰਿਹਾ, ਉਹਦੇ ਤੋਂ ਬਚਣ ਦੀ ਲੋੜ ਹੈ। ਮਾਨ ਸਾਹਿਬ ਦੀ ਸਰਕਾਰ ਨੇ ਸਪਸ਼ਟ ਕਿਹਾ ਹੈ ਵੀ 300 ਯੂਨਿਟ ਹਰੇਕ ਹਾਊਸ ਹੋਲਡ ਨੂੰ ਪੰਜਾਬ 'ਚ ਫ੍ਰੀ ਬਿਜਲੀ ਜਿਹੜੀ ਹੈ 1 ਜੁਲਾਈ ਤੋਂ ਦਿੱਤੀ ਜਾਊਗੀ।
1 ਜੁਲਾਈ ਤੋਂ ਮੁਫਤ ਬਿਜਲੀ ਦਾ ਲਾਹਾ ਮਿਲੇਗਾ। SC, BC ਤੇ BPL ਖਪਤਕਾਰ ਜੇਕਰ 600 ਯੂਨਿਟ ਤੋਂ ਵੱਧ ਬਿਜਲੀ ਖਪਤ ਕਰਨਗੇ ਤਾਂ ਉਹਨਾਂ ਨੂੰ 600 ਤੋਂ ਬਾਅਦ ਯੂਨਿਟਾਂ ਦਾ ਹੀ ਬਿੱਲ ਆਵੇਗਾ। ਪਰ ਜੇਕਰ ਜਨਰਲ ਕੈਟਾਗਰੀ 600 ਤੋਂ ਵੱਧ ਯੂਨਿਟਾਂ ਖਪਤ ਕਰਦੀ ਹੈ ਤਾਂ ਉਸ ਨੂੰ 600 ਮਾਫ ਯੂਨਿਟਾਂ ਦੇ ਵੀ ਪੈਸੇ ਦੇਣੇ ਹੋਣਗੇ। ਇਸ ਨੂੰ ਲੈ ਕੇ ਜਨਰਲ ਵਰਗ ਦੇ ਨਾਲ-ਨਾਲ ਸਿਆਸੀ ਆਗੂ ਵੀ ਵਿਰੋਧ ਕਰ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਮੁਲਾਕਾਤ ਦੀ। ਮੁੱਖ ਮੰਤਰੀ ਮਾਨ ਨੇ ਐਤਵਾਰ ਦਾ ਦਿਨ ਕਿਸਾਨਾਂ ਨੂੰ ਦਿੱਤਾ। ਉਗਰਾਹਾਂ ਸਣੇ ਪੰਜਾਬ ਦੀਆਂ 24 ਜਥੇਬੰਦੀਆਂ ਦੇ ਨਾਲ ਘੰਟਿਆਂ ਬੱਧੀ ਮੀਟਿੰਗ ਕੀਤੀ ਗਈ ਤੇ ਪਾਣੀ ਅਤੇ ਬਿਜਲੀ ਦੀ ਬਚਤ ਦੀ ਸਲਾਹ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ। सीएम भगवंत मान दी संयुक्त किसान मोर्चे ਦੀਆਂ 23 ਜਥੇਬੰਦੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਣਕ ਦੇ ਦਾਣੇ ਸੁੰਘਣ ਕਾਰਨ ਝਾੜ ਘੱਟ ਹੋਣ ਤੇ ਬੋਨਸ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਅਸੀਂ 500 ਰੁਪਏ ਫੀ ਕੁਇੰਟਲ ਬੋਨਸ ਦੀ ਮੰਗ ਕੀਤੀ ਹੈ। ਸਰਕਾਰ ਕਿੰਨਾ ਦੇਵੇਗੀ ਉਹ ਅਗਲੀ ਮੀਟਿੰਗ ਵਿੱਚ ਤੈਅ ਹੋ ਜਾਵੇਗਾ। ਨਾਲ ਹੀ ਮੂੰਗੀ, ਮੱਕੀ, ਬਾਸਮਤੀ ਤੇ ਵੀ MSP ਦਾ ਭਰੋਸਾ ਦਿਵਾਇਆ ਗਿਆ। ਬਿਜਲੀ ਸਪਲਾਈ ਨੂੰ ਲੈ ਕੇ ਚਰਚਾ ਹੋਈ ਜਿਸ ਤੇ ਸਰਕਾਰ ਨੇ ਮਈ ਵਿੱਚ ਫੁੱਲ ਬਿਜਲੀ ਦੇਣ ਦਾ ਭਰੋਸਾ ਦਿੱਤਾ ਹੈ। ਸਭ ਤੋਂ ਇੰਪੋਰਟੈਂਟ ਸੀਗਾ ਕਿ ਕਿਸਾਨਾਂ ਨੂੰ ਘੱਟੋ ਘੱਟ ਬੋਨਸ ਜ਼ਰੂਰ ਅਨਾਉਂਸਮੈਂਟ ਕਰੇ ਸਰਕਾਰ, ਔਰ ਉਹ ਲਗਭਗ ਉਹਨਾਂ ਨੇ ਇਹਨਾਂ ਕਹਿਤਾ ਕਿ ਬੋਨਸ ਜ਼ਰੂਰ ਦੇਵਾਂਗੇ, ਲੇਕਿਨ ਕਿੰਨਾ ਦੇਣਾ ਹੈ ਇਹਦੇ ਤੇ ਅਸੀਂ ਮੈਂ ਆਪਦੇ ਸਾਰੇ ਅਧਿਕਾਰੀਆਂ ਨਾਲ, ਸਾਰੇ ਮਿਨਿਸਟਰਾਂ ਨਾਲ ਬੈਠ ਕੇ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਉਹ ਤੇ ਡਿਸਕਸ ਕਰਨੀ ਹੈ, ਔਰ ਉਹ ਡਿਸਕਸ ਕਰਨ ਤੋਂ ਬਾਅਦ ਮੈਂ ਅਨਾਉਂਸਮੈਂਟ ਕਰਾਂਗੇ, ਅਸੀਂ ਬੋਨਸ ਦੇਵਾਂਗੇ ਕਿਸਾਨਾਂ ਨੂੰ। ਇਹ ਉਮੀਦ ਦੀ ਗੱਲ ਹੋਈ। ਧਰਤੀ ਹੇਠਲਾ ਪਾਣੀ ਡੂੰਘਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਵੀ ਚਿੰਤਤ ਨੇ ਤੇ ਸਰਕਾਰ ਵੀ। ਇਸ ਨੂੰ ਲੈ ਕੇ ਵੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਹੋਈ ਹੈ। ਤੇ ਚੰਗੇ ਮਾਹੌਲ 'ਚ ਮੀਟਿੰਗ ਹੋਈ ਆ। ਮੇਨ ਗੱਲਾਂ ਸੀ ਵੀ ਜਿਹੜੀਆਂ ਸਾਡੀਆਂ ਬਾਕੀਆਂ ਫਸਲਾਂ ਤੇ MSP ਸੀਗਾ, ਸਰਕਾਰ ਨੇ ਕਿਹਾ ਸੀ ਵੀ ਮੂੰਗੀ ਤੇ ਦਵਾਂਗੇ। ਅਸੀਂ ਪਾਣੀ ਬਚਾਉਣ ਦੀ ਗੱਲ ਸੀ, ਅਸੀਂ ਕਿਹਾ ਮੂੰਗੀ ਤੇ MSP ਦੇ ਦਿਓ। ਉਹਨਾਂ ਨੇ ਕਿਹਾ ਵੀ ਅਸੀਂ ਦਵਾਂਗੇ। ਮੱਕੀ ਤੇ MSP ਅਸੀਂ ਦਵਾਂਗੇ। ਬਾਸਮਤੀ ਤੇ ਉਹਨਾਂ ਨੇ ਕਿਹਾ MSP ਅਸੀਂ ਦਵਾਂਗੇ। ਫਿਰ ਅਸੀਂ ਬਿਜਲੀ ਦੀ ਗੱਲ ਆਈ ਸੀਗੀ, ਬਿਜਲੀ ਵੀ ਉਹ ਮੰਨ ਗਏ ਨੇ ਵੀ ਮਈ ਦੇ ਵਿੱਚ ਪੂਰੀ ਤਰ੍ਹਾਂ ਸ਼ੁਰੂ ਕਰ ਦੇਵਾਂਗੇ, ਅੱਗੇ ਜੂਨ 'ਚ ਕਰਦੇ ਆ। 23 ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਤੋਂ ਪਹਿਲਾਂ CM ਮਾਨ ਨੇ ਉਗਰਾਹਾਂ ਜਥੇਬੰਦੀ ਨਾਲ ਵੀ ਮੀਟਿੰਗ ਕੀਤੀ ਸੀ ਜਿਸ ਵਿੱਚ ਉਗਰਾਹਾਂ ਨੇ ਵੀ CM ਦੇ ਅੱਗੇ ਫਸਲਾਂ ਦੇ MSP ਦੀ ਗਰੰਟੀ ਦੀ ਮੰਗ ਰੱਖੀ ਸੀ। ਉਹ ਜਿਵੇਂ ਇਹ ਕਹਿ ਰਹੇ ਨੇ ਵੀ ਜੇ 6 ਮਹੀਨੇ ਫਸਲ ਨਾ ਬੀਜੇ ਤਾਂ ਉਹਨਾਂ ਨੂੰ ਕਿਸਾਨਾਂ ਨੂੰ ਕਿੰਨਾ ਬੈਨੀਫਿਟ ਦਿੰਦੇ। ਆਪਣੀ ਮੰਗ ਸੀ ਵੀ ਘੱਟੋ ਘੱਟ ਜਿਹੜਾ 6 ਮਹੀਨੇ ਫਸਲ ਨਹੀਂ ਬੀਜਦਾ ਉਹਨੂੰ 50,000 ਰੁਪਏ ਦਿੱਤਾ ਜਾਵੇ। ਤੇ ਜਿਹੜਾ ਮਤਲਬ ਹੁਣ MSP ਹੈ ਆਪਣੀ ਬਾਸਮਤੀ ਲੇਟ ਘੱਟ ਸਮਾਂ ਲੈਂਦੀ ਹੈ, ਲੇਟ ਬੀਜਦੀ ਹੈ, ਪਾਣੀ ਵੀ ਘੱਟ ਖਾਂਦੀ ਹੈ, ਬਿਜਲੀ ਵੀ ਘੱਟ ਖਾਂਦੀ ਹੈ, ਉਹਦਾ MSP ਹੋਵੇ, MSP ਤੇ ਗਰੰਟੀ ਹੋਵੇ। ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਕਾਫੀ ਹੱਦ ਤੱਕ ਸੰਤੁਸ਼ਟ ਨਜ਼ਰ ਆਏ। ਇੱਕ ਹਫ਼ਤੇ ਵਿੱਚ ਮੁੜ ਮੀਟਿੰਗ ਹੈ। ਕਿਸਾਨਾਂ ਮੁਤਾਬਿਕ ਸਰਕਾਰ ਨੇ ਜਿਹੜੀਆਂ ਮੰਗਾਂ ਤੇ ਭਰੋਸਾ ਦਿਵਾਇਆ ਹੈ ਉਹਨਾਂ ਦਾ ਐਲਾਨ ਵੀ ਕਰ ਦੇਵੇਗੀ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੀ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਫਰੀਦਕੋਟ ਦੀ ਦਾਣਾ ਮੰਡੀ ਦੇ ਵਿੱਚ ਆੜਤੀ ਲਿਫਟਿੰਗ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਆੜਤੀਆਂ ਦਾ ਇਲਜ਼ਾਮ ਹੈ ਕਿ ਠੇਕੇਦਾਰਾਂ ਦੇ ਵੱਲੋਂ ਸਹੀ ਤਰੀਕੇ ਨਾਲ ਕਣਕ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ। ਬੀਤੇ ਦਿਨੀ ਪਈ ਤੇਜ਼ ਗਰਮੀ ਕਾਰਨ ਕਣਕ ਦੀ ਵਾਢੀ ਜਲਦੀ ਸ਼ੁਰੂ ਹੋ ਗਈ ਹੈ। ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਗਏ ਨੇ ਜਿਸ ਨੇ ਆੜਤੀਆਂ ਦੇ ਮੱਥੇ ਤੇ ਤਰੇੜੀਆਂ ਲਿਆ ਰੱਖੀਆਂ ਨੇ। ਕਣਕ ਦੀ ਲਿਫਟਿੰਗ ਨਹੀਂ ਹੋ ਰਹੀ। ਤਸਵੀਰਾਂ ਫਰੀਦਕੋਟ ਦਾਣਾ ਮੰਡੀ ਦੀਆਂ ਨੇ ਜਿੱਥੇ ਲਿਫਟਿੰਗ ਨਾ ਹੋਣ ਤੋਂ ਪਰੇਸ਼ਾਨ ਆੜਤੀਆਂ ਅਤੇ ਠੇਕੇਦਾਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹੈ। ਇਸ ਦੌਰਾਨ ਹਲਕਾ ਵਿਧਾਇਕ ਗੁਰਦੀਪ ਸਿੰਘ ਸੇਖੋਂ ਨੂੰ ਖੁਦ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਉਣਾ ਪਿਆ। ਇਲਜ਼ਾਮ ਹੈ ਕਿ ਠੇਕੇਦਾਰ ਸਿਰਫ ਆਪਣੇ ਨਜ਼ਦੀਕੀ ਆੜਤੀਆਂ ਦੀ ਹੀ ਲਿਫਟਿੰਗ ਕਰਦੇ ਨੇ। ਮਾਲ ਤਾਂ ਖੈਰ ਮੰਡੀਆਂ 'ਚੋਂ ਲਿਫਟ ਹੋਇਆ ਨਹੀਂ ਗਿਆ ਜੀ, ਇਹ ਤਾਂ ਪੱਕੀ ਗੱਲ ਹੈ। ਵਜ੍ਹਾ ਕੀ ਮੰਨਦੇ? ਵਜ੍ਹਾ ਹੈ ਕਿ ਕਹਿੰਦੇ 8 ਦਿਨ ਸਾਰਾ ਮਾਲ ਆ ਜਾਂਦਾ, 1 ਮਹੀਨੇ ਦਾ ਮਾਲ ਹੁੰਦਾ 8 ਦਿਨ 'ਚ ਆ ਜਾਂਦਾ, ਤੇ ਉਸ ਕਰਕੇ ਫਿਰ ਇਕੱਠਾ ਗਲੱਟ ਵੱਜਦਾ। MLA ਸਾਨੂੰ ਇਹ ਦੱਸਿਆ ਗਿਆ ਭਾਈ ਕਿ ਸਾਡਾ ਮਾਲ ਮੰਡੀ 'ਚੋਂ ਲਿਫਟ ਕਰਾਓ, ਤੇ ਇਹਨਾਂ ਨੇ ਕਮੇਟੀ ਬਣਾਤੀ ਹੈ ਕਿ 5 ਮੈਂਬਰੀ ਕਮੇਟੀ ਜਿਹੜੀ ਕਹਿੰਦੇ ਇੰਸਪੈਕਟਰਾਂ ਦੀ, ਉਹ ਮਤਲਬ ਕਿ ਬਹਿ ਕੇ ਡੇਟ ਵਾਈ ਮਾਲ ਚੁਕਾਊਗੀ। ਜਦਕਿ ਆਪ ਵਿਧਾਇਕ ਗੁਰਦੀਪ ਸੇਖੋਂ ਨੇ ਇਲਜ਼ਾਮਾਂ ਦੀ ਪੰਡ ਕਾਂਗਰਸ ਦੇ ਸਿਰ ਧਰ ਦਿੱਤੀ ਹੈ। ਸੇਖੋਂ ਮੁਤਾਬਕ ਕਾਂਗਰਸ ਨੇ ਪਹਿਲਾਂ ਹੀ ਆਪਣੇ ਚਹੇਤੇ ਠੇਕੇਦਾਰਾਂ ਨੂੰ ਠੇਕੇ ਦਿੱਤੇ ਸੀ ਜਿਸ ਕਾਰਨ ਹੁਣ ਉਹ ਆਪਣੀ ਮਨਮਰਜ਼ੀ ਨਾਲ ਫਸਲਾਂ ਚੁੱਕਦੇ ਨੇ। ਆੜਤੀਆਂ ਨੂੰ, ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਉਸ ਮੁੱਦੇ ਨੂੰ ਲੈ ਕੇ DC ਸਾਹਿਬ ਨੂੰ ਇੱਥੇ ਬੁਲਾਇਆ, ਹੋਰ ਅਧਿਕਾਰੀਆਂ ਨੂੰ ਬੁਲਾਇਆ ਤਾਂ ਕਿ ਜਿਹੜੇ ਬੰਦੇ ਖਰਾਬ ਕਰਦੇ ਉਹਨੂੰ ਬਲੈਕ ਲਿਸਟ ਕੀਤਾ ਜਾਵੇ, ਉਹਨਾਂ ਨੂੰ ਇਹਦੇ ਤੋਂ ਬਾਹਰ ਕਰਕੇ ਜਿਹੜਾ ਸੁਚੱਜੇ ਢੰਗ ਨਾਲ ਜਿਹੜੀ ਉਹ ਲਿਫਟਿੰਗ ਕਰਾਈ ਜਾਵੇ ਤਾਂ ਕਿਸਾਨ, ਆੜਤੀਆ, ਮਜ਼ਦੂਰ ਆ ਜਿਹੜਾ ਉਹ ਪਰੇਸ਼ਾਨ ਨਾ ਹੋ। ਆੜਤੀਆ ਆਪਦੇ ਵੱਲੋਂ ਬੰਦੇ ਲਾ ਕੇ ਉਹ ਚੁਕਾ ਕੇ ਟਿਕਾਣੇ ਤੇ ਪਹੁੰਚਾ ਦਿੰਦਾ ਤੇ ਮੁੜ ਕੇ ਠੇਕੇਦਾਰਾਂ ਦੀ ਜੇਬ 'ਚ ਪੈਸੇ ਪਾ ਲੈਂਦਾ।
ਮਾਮਲਾ ਵਾਧਾ ਦੇਖ ਕੇ ਸੇਖੋਂ ਨੇ ਇਸ ਦੇ ਹੱਲ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਹੜੀ ਕਿ ਲਿਫਟਿੰਗ ਨੂੰ ਦਰੁਸਤ ਬਣਾਏ ਰੱਖਣ ਦੀ ਨਜ਼ਰਸਾਨੀ ਕਰੇਗੀ, ਜਦਕਿ ਫਰੀਦਕੋਟ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਮਾਮਲੇ ਦੀ ਰਿਪੋਰਟ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਨੇ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਤਾਂ ਲਿਫਟਿੰਗ ਨੂੰ ਲੈ ਕੇ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਆੜਤੀਏ ਇਲਜ਼ਾਮ ਲਗਾ ਰਹੇ ਨੇ ਕਿ ਲਿਫਟਿੰਗ ਨਹੀਂ ਹੋ ਰਹੀ ਤੇ ਸਭ ਦੇ ਵਿਚਾਲੇ ਫਰੀਦਕੋਟ ਦੀ ਮੰਡੀ ਦੇ ਵਿੱਚ ਲਿਫਟਿੰਗ ਦੇ ਵੇਲੇ ਠੇਕੇਦਾਰਾਂ ਤੇ ਆੜਤੀਆਂ ਦੇ ਵਿਚਾਲੇ ਜ਼ਬਰਦਸਤ ਝੜਪ ਵੀ ਹੋ ਗਈ। ਕੈਮਰੇ ਦੇ ਵਿੱਚ ਉਸ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਨੇ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਇਹ ਲਿਫਟਿੰਗ ਨੂੰ ਲੈ ਕੇ ਹੀ ਜੋ ਪੂਰਾ ਵਿਵਾਦ ਤੁਹਾਨੂੰ ਦੱਸਿਆ ਉਸ ਦਾ ਹੀ ਨਤੀਜਾ ਇਹ ਕਿ ਲਿਫਟਿੰਗ ਨੂੰ ਲੈ ਕੇ ਹੀ ਇਹ ਪੂਰੀ ਝੜਪ ਹੋਈ ਹੈ। ਆੜਤੀਏ ਠੇਕੇਦਾਰਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਕਿ ਚਹੇਤਿਆਂ ਦੀਆਂ ਬੋਰੀਆਂ ਪਹਿਲਾਂ ਚੁਕਵਾਈਆਂ ਜਾ ਰਹੀਆਂ ਨੇ, ਲਿਫਟਿੰਗ ਉਹਨਾਂ ਦੀ ਹੋ ਰਹੀ ਹੈ, ਜਿਸ ਕਰਕੇ ਆੜਤੀਏ ਠੇਕੇਦਾਰ ਤੋਂ ਨਾਰਾਜ਼ ਚੱਲ ਰਹੇ ਨੇ। ਗੱਟੇ ਚਾਹੀਦੇ ਆ 700 ਕਾਕਾ ਇੱਕ ਮਿੰਟ, ਤੂੰ ਕੌਣ ਬੋਲਣ ਵਾਲਾ? ਤੂੰ ਕੌਣ ਬੋਲਣ ਵਾਲਾ? ਬੋਲਣ ਵਾਲਾ ਫੜੇ ਯਾਰ ਹੁਣ ਅੱਗੇ ਵਧਦੇ ਹਾਂ ਤੇ ਖਬਰ ਮਲੋਟ ਤੋਂ ਲਵਾਂਗੇ। ਆਪਣੀ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵਰਕਰ ਮਲੋਟ ਦੇ ਵਿੱਚ ਧਰਨਾ ਲਗਾਉਂਦੇ ਨਜ਼ਰ ਆਏ। ਮਲੋਟ ਤੋਂ ਇਸ ਵਾਰ ਜਿੱਤੇ ਨੇ ਡਾਕਟਰ ਬਲਜੀਤ ਕੌਰ, ਜਿਨ੍ਹਾਂ ਨੂੰ ਕੈਬਨਿਟ ਦਾ ਰੈਂਕ ਵੀ ਦਿੱਤਾ ਗਿਆ ਤੇ ਮਲੋਟ ਦੇ ਵਿੱਚ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਤਾਂ ਸੁਣਵਾਈ ਨਹੀਂ ਹੋ ਰਹੀ। ਵਰਕਰਾਂ ਨੇ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਲਗਾਇਆ ਤੇ ਧਰਨਾ ਫਿਲਹਾਲ ਚੁੱਕਣ ਦੇ ਲਈ ਤਿਆਰ ਨਹੀਂ ਨੇ ਆਮ ਆਦਮੀ ਪਾਰਟੀ ਦੇ ਵਰਕਰ। ਉਹਨਾਂ ਦੇ ਵਿਚਾਲੇ ਵੀ ਮੰਤਰੀ ਜੀ ਤੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਨਜ਼ਰ ਆਏ, ਪਰ ਧਰਨਾ ਨਹੀਂ ਚੁੱਕਿਆ। ਤੁਹਾਨੂੰ ਲੋਟ ਲਾਈਵ ਤੇ ਦਿਖਾਈਆਂ ਜਾ ਰਹੀਆਂ ਨੇ। ਭੈਣ ਜੀ ਤੁਸੀਂ ਚਾਹ ਪਾਣੀ ਪੀਓ ਤੇ ਤੁਸੀਂ ਇੱਥੇ ਆ ਜਾਓ। ਉੱਥੇ ਪੀਵਾਂਗੇ ਚਾਹ। ਤੁਸੀਂ ਪੀਓ ਜੀ, ਅਸੀਂ ਬੈਠੇ ਹਾਂ, ਕੋਈ ਗੱਲ ਨਹੀਂ। ਤੁਸੀਂ ਆਏ ਹੋ, ਤੁਸੀਂ ਚਾਹ ਪਾਣੀ ਪੀਓ ਜੀ। ਉਹ ਸਭ ਸਾਰੀ ਟੀਮ ਨਾਲ ਕੌਣੀ ਸਾਹਿਬ ਹੈਗੇ ਮੈਨੂੰ ਸ਼ਾਇਦ, ਇਹਨਾਂ ਨਾਲ ਪੀਓ ਜੀ। ਕੌਣੀ ਸਾਹਿਬ ਪੀਓ, ਤੁਸੀਂ ਚਾਹ ਪਾਣੀ ਪੀਓ ਜੀ। ਸਾਡੀਆਂ ਤੁਸੀਂ ਤੁਸੀਂ ਅੰਦਰ ਆ ਕੇ ਚਾਹ ਪੀਓ। ਨਹੀਂ, ਸਾਡੀ ਬੇਨਤੀ ਹੈ ਜੀ ਹਾਂ ਤੁਸੀਂ ਚਾਹ ਪਾਣੀ ਪੀਓ ਜੀ। ਤੁਸੀਂ ਚਾਹ ਪਾਣੀ ਪੀ ਕੇ ਆ ਕੇ ਸਾਡੀ ਸਾਰੀ ਟੀਮ ਨਾਲ ਇੱਥੇ ਸ਼ਾਂਤਮਈ ਆਪਾਂ ਗੱਲ ਕਰਾਂਗੇ ਜੀ। ਫਿਰ ਅੰਦਰ ਬੈਠ ਕੇ ਕੋਈ ਨਹੀਂ, ਅਸੀਂ ਇੱਥੇ ਕਰਾਂਗੇ ਅੱਜ ਨਹੀਂ। ਪਹਿਲਾਂ ਅਸੀਂ 800 ਭੈਣ ਜੀ, ਅਸੀਂ 8 ਸਾਲ ਨਾਲ ਜੀ ਪੱਟੀ ਸਾਹਿਬ ਹੋਰਾਂ ਨਾਲ ਵੀ ਐਂ ਗੱਲ ਕਰਦੇ ਰਹੇ ਜੀ। ਸਾਡੀ ਲੜਾਈ ਸਿਸਟਮ ਨਾਲ ਆ, ਕਿਸੇ ਬੰਦੇ ਨਾਲ ਨਹੀਂ। ਇਸ ਕਰਕੇ ਅਸੀਂ ਸਿਸਟਮ ਦੇ ਖਿਲਾਫ ਹੀ ਲੜ ਰਹੇ ਹਾਂ। ਇੰਨੀ ਕੁ ਬੇਨਤੀ ਭੈਣ ਜੀ ਵੀ ਜਦੋਂ ਤੁਸੀਂ ਸਾਡੇ ਨਾਲ ਗੱਲ ਕਰਨਾ ਹੋ, ਤੁਹਾਡੇ ਨਾਲ ਆਮ ਆਦਮੀ ਪਾਰਟੀ ਦੀ ਟੀਮ ਦੇ ਬੰਦੇ ਕੋਈ ਗਿੱਦੜਵਾ ਹਲਕੇ ਤੋਂ ਆਏ ਹੋਏ ਜਾਂ ਕੋਈ ਕਾਂਗਰਸ ਜਾਂ ਕੋਈ ਕਾਂਗਰਸ ਅਕਾਲੀ ਜਾਂ ਕੋਈ ਖਹਿਰਾ ਗਰੁੱਪ ਦੇ ਨਾ ਹੋਣ, ਜਿਹੜੇ ਸਾਨੂੰ ਜਿਹੜਾ ਖੰਡ ਦੇ ਚੱਲੇ ਸਾਡੇ ਨਾਲ ਹੋਊਗਾ ਜੀ ਨਹੀਂ ਜੀ ਮੌਕੇ ਤੇ ਉਹਨਾਂ ਦੇ ਬੰਦੇ ਆਮ ਆਦਮੀ ਪਾਰਟੀ ਦੇ ਬੰਦੇ ਹੋਣ ਟੀਮ ਆ ਬੈਠੀ ਹੈ ਸਾਰੇ ਪੁਰਾਣੇ। ਤੁਹਾਡੇ ਨਾਲ ਆਹੀ ਬੇਨਤੀ ਹੈ, ਆਰਾਮ ਨਾਲ ਗੱਲ ਕਰ ਰਹੀ ਹਾਂ। ਆਰਾਮ ਨਾਲ ਹੀ ਗੱਲ ਕਰ ਰਹੇ ਹਾਂ। ਹਾਂਜੀ ਪਹਿਲਾਂ ਮੇਰੀ ਵੀ ਗੱਲ ਸੁਣੋ। ਜੀ ਮੇਰੇ ਪਿੰਡ 'ਚ ਸਭ ਤੋਂ ਜ਼ਿਆਦਾ ਸਾਡੀ ਇੱਕ ਹੀ ਮੰਗ ਸੀ ਨਸ਼ੇ ਦੀ, ਪਰ ਉਹ ਅੱਜ ਵੀ ਉਵੇਂ ਵਿਕ ਰਿਹਾ। ਠੀਕ ਹੈ ਕਿ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦਾ ਸੀ, ਬਹੁਤ ਵਾਰੀ ਲਿਆਂਦਾ ਜੀ ਇਹ ਧਿਆਨ 'ਚ, ਪਰ ਹਜੇ ਤੱਕ ਕੋਈ ਉਹਦੇ ਤੇ ਅਮਲ ਨਹੀਂ ਹੋਇਆ। ਕੀ ਕਾਰਨ ਹੈ, ਕਿਉਂ ਨਹੀਂ ਅਮਲ ਹੋਇਆ? ਕੰਮ ਸਾਰੇ ਰਲੇ ਮਿਲੇ, ਸਾਰੇ ਇਕੱਠੇ ਹੋਏ ਆ, ਸਾਰੇ ਅਫਸਰ ਇਕੱਠੇ ਹੋਏ ਆ ਤੇ ਉਹਨਾਂ ਨੂੰ ਪਤਾ ਹੈ ਹਰੇਕ ਬੰਦੇ ਦਾ। ਅਸੀਂ ਦੱਸਿਆ ਵੀ ਕਿਹੜੇ ਬੰਦਾ ਕਿੱਥੋਂ ਕਿਵੇਂ ਲਿਆਉਂਦਾ, ਕਿਹੜਾ ਬੰਦਾ ਕਿਵੇਂ ਵੇਚਦਾ, ਪਰ ਕੁਛ ਨਹੀਂ। ਹੁਣ ਅੱਗੇ ਵਧਦੇ ਹਾਂ ਤੇ ਖਬਰ ਨੰਗਲ ਤੋਂ ਲਵਾਂਗੇ। ਨੰਗਲ ਦੇ ਵਿੱਚ ਪੁਲਿਸ ਨੇ ਨਸ਼ੇ ਨੂੰ ਲੈ ਕੇ ਝੁੱਗੀ ਝੋਪੜੀਆਂ ਦੇ ਵਿੱਚ ਰਹਿਣ ਵਾਲਿਆਂ ਦੇ ਉੱਤੇ ਰੇਡ ਮਾਰੀ ਹੈ। ਕਰੀਬ 1 ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਝੁੱਗੀਆਂ ਦੀ ਘੇਰਾਬੰਦੀ ਕਰਕੇ ਇੱਕ ਕਮਰੇ ਦੀ ਜਾਂਚ ਕੀਤੀ ਤੇ ਐਸਐਚਓ ਦਾਨਿਸ਼ਵੀਰ ਸਿੰਘ ਨੇ ਝੁੱਗੀਆਂ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦਾ ਸਾਥ ਦੇਣ। ਇਹ ਸਾਨੂੰ ਜਿਹੜਾ ਐਸਐਸਪੀ ਸਾਹਿਬ ਦਾ ਜਿਹੜਾ ਦਿਸ਼ਾ ਨਿਰਦੇਸ਼ ਹੈਗਾ ਕਿ ਏਰੀਆ 'ਚ ਕਿਤੇ ਵੀ ਜੇ ਤੁਹਾਨੂੰ ਕੰਪਲੇਂਟ ਆਉਂਦੀ ਆ ਕਿ ਕਿਤੇ ਨਸ਼ਾ ਵਿਕ ਰਿਹਾ ਜਾਂ ਫਿਰ ਕੋਈ ਹੋਰ ਗੈਰ ਕਾਨੂੰਨੀ ਕੰਮ ਹੋ ਰਿਹਾ, ਦੜਾ ਸੱਟਾ ਚੱਲਦਾ ਹੈ, ਤਾਂ ਉੱਥੇ ਮਤਲਬ ਕਿ ਜੋ ਵੀ ਸਖਤ ਤੋਂ ਸਖਤ ਕਾਰਵਾਈ ਆ ਉਹ ਅਮਲ ਵਿੱਚ ਲਿਆਂਦੀ ਜਾਵੇ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਵੇਰੇ ਤੜਕੇ 6 ਵਜੇ ਸਾਰੀ ਫੋਰਸ ਨਾਲ ਜਿਹੜੀ ਹੈ ਚੀਫ ਵਾਲੀ ਝੁੰਗੀਆਂ ਨੇ ਇਹਨਾਂ ਨੂੰ ਕੋਰਡਨ ਕੀਤਾ ਗਿਆ ਪਹਿਲਾਂ, ਤਾਂ ਕਿ ਕੋਈ ਬਾਹਰ ਨਾ ਜਾ ਸਕੇ ਤੇ ਫਿਰ ਇੱਥੇ ਚੈਕਿੰਗ। ਹੁਣ ਅੱਗੇ ਵਧਦੇ ਹਾਂ ਤੇ ਖਬਰ ਸਮਰਾਲਾ ਤੋਂ ਲਵਾਂਗੇ, ਜਿੱਥੇ ਇੱਕ ਭਤੀਜੇ ਨੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ ਤੇ ਕਤਲ ਤੋਂ ਬਾਅਦ ਚਾਚੇ ਦੀ ਲਾਸ਼ ਨੂੰ ਸਾੜ ਵੀ ਦਿੱਤਾ ਤੇ ਲਾਸ਼ ਨੂੰ ਸਾੜ ਕੇ ਮੌਕੇ ਤੋਂ ਭਤੀਜਾ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚੀ ਹੈ। ਪੁਲਿਸ ਜੋ ਸੰਸਕਾਰ ਹੋ ਰਿਹਾ ਸੀ ਉਸ ਨੂੰ ਰੋਕਿਆ ਗਿਆ। ਪੁਲਿਸ ਨੂੰ ਲਾਸ਼ ਦੇ ਸਿਰਫ 10% ਅੰਸ਼ ਹੀ ਮਿਲੇ ਨੇ।
ਸਮਰਾਲਾ ਦੇ ਪਿੰਡ ਮਾਨੂਪੁਰ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਕਾਤਲ ਭਤੀਜੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਜੀ ਸਾਡੇ ਕੋਲ ਇੰਟੀਮੇਸ਼ਨ ਮਿਲੀ ਸੀਗੀ ਵੀ ਜਿਹੜਾ ਮਾਨੂਪੁਰ ਮਰਡਰ ਹੋਇਆ ਹੈ, ਅਵਤਾਰ ਸਿੰਘ son of ਹਰਜੀਤ ਸਿੰਘ ਹੈਗਾ, ਉਮਰ ਕਰੀਬ ਸੀਗੀ ਉਹਦੀ 65 ਸਾਲ ਦੀ। ਤੇ ਅਸੀਂ ਮੌਕੇ ਤੇ ਪੁੱਜੇ ਸੀ, ਸਾਨੂੰ ਪਤਾ ਲੱਗਿਆ ਉਹਦਾ ਮਰਡਰ ਕਰਕੇ ਉਹਦੇ ਲੜਕਾ ਭਤੀਜਾ ਸੀ ਉਹਦਾ ਅਮਰੀਕ ਸਿੰਘ, ਉਹਨੇ ਮਰਡਰ ਕਰਤਾ ਇਹਦਾ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਦਾ ਸੰਸਕਾਰ ਕਰਤਾ ਸ਼ਮਸ਼ਾਨ ਘਾਟ 'ਚ। ਸ਼ਮਸ਼ਾਨ ਘਾਟ ਪੁੱਜ ਕੇ ਅਸੀਂ ਡਿਊਟੀ ਮੈਜਿਸਟਰੇਟ ਸਾਹਿਬ ਦੀ ਹਾਜ਼ਰੀ 'ਚ ਜੋ ਸਾਨੂੰ ਚਿਖਾ 'ਚੋਂ ਮਿਲੇ ਆ ਉਹਦੇ ਬਾਡੀ ਦੇ ਹਿੱਸਾ ਜੋ ਮਿਲਿਆ ਉਹ ਅਸੀਂ ਪੋਸਟਮਾਰਟਮ ਲਈ ਸਿਵਲ ਹਸਪੀਟਲ ਭੇਜਤਾ ਹੈ ਤੇ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ। ਕਿੰਨੇ ਕੁ % ਬੋਡੀ ਬਚੀ ਹੈ ਜੀ ਉਹਨਾਂ ਦੀ? ਬੋਡੀ ਅਸੀਂ 10-20% ਮਿਲੀ ਹੈ, ਜੋ ਵੀ ਉਹਦੇ ਕੰਕਾਲ ਮਿਲੇ ਆ ਸਾਨੂੰ। ਤੇ ਵੇਲਾ ਹੋ ਚੱਲਿਆ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।